ਬਹੁਤੇ ਸਿੱਖਾਂ ਨੂੰ ਤੁਸੀਂ ਪੁੱਛ ਲਓ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੋਏਗਾ ਕਿ ਬਈ ਭਾਈ ਰਾਮ ਸਿੰਘ ਨਾਂ ਦਾ ਇੱਕ ਗਰੀਬ ਸਿੱਖ ਬੱਚਾ ਬਟਾਲੇ ਦੇ ਨੇੜੇ ਰਸੂਲਪੁਰ ਪਿੰਡ 'ਚ ਪੈਦਾ ਹੁੰਦਾ ਹੈ, ਗੁਰਬਤ 'ਚ ਹੈ। ਉਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਇੱਕ ਪਿਆਨੋ ਖਰਾਬ ਹੋ ਜਾਂਦਾ ਹੈ, ਉਹ ਕਿਸੇ ਨੂੰ ਤੋਂ ਠੀਕ ਨਹੀਂ ਹੁੰਦਾ, ਇਹਨੂੰ ਕੁਝ ਉਹ ਜਾਣਦਾ, ਜਾ ਕੇ ਉਹਨੂੰ ਠੀਕ ਕਰ ਦਿੰਦਾ ਹੈ। ਔਰ ਫਿਰ ਉਹ ਕਿਸ ਹੱਦ ਤੱਕ ਕਿਸ ਲੈਵਲ ਦਾ ਵੱਡਾ ਆਰਕੀਟੈਕਟ ਬਣਦਾ ਹੈ। ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਜਿਹਨੂੰ ਕਦੇ ਜਿਹੜਾ ਮਿਓ ਸਕੂਲ ਆਫ ਆਰਟਸ ਕਹਿੰਦੇ ਸੀ, ਹੁਣ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਕਹਿੰਦੇ ਨੇ, ਉਹ ਵੀ ਉਹਦੇ 'ਚ ਹੀ ਉਹ ਪਹਿਲਾਂ ਗਏ ਔਰ ਉਹਨੂੰ ਉਹਨਾਂ ਨੇ ਉਹਦੇ ਡਿਜ਼ਾਈਨ 'ਚ ਔਰ ਦੂਸਰੇ 'ਚ ਵੀ ਕੀਤਾ। ਪਾਕਿਸਤਾਨ ਨੇ ਕੀ ਕੀਤਾ ਕਿ ਉਹਨਾਂ ਨੇ ਭਾਈ ਰਾਮ ਸਿੰਘ ਦੇ ਨਾਮ ਵਾਲੀ ਤਖਤੀ ਜਿਹੜੀ ਹੈ ਉਹ ਲਾਹੌਰ ਅਜਾਇਬ ਘਰ ਦੇ ਬਾਹਰ, ਕਿਉਂਕਿ ਉਹ ਵੀ ਔਰ ਜਿਹੜਾ ਕਾਲਜ ਹੈ ਜਿਹੜਾ ਮਿਓ ਕਾਲਜ ਸੀ ਔਰ ਹੁਣ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਹੈ, ਉਹਦੇ ਬਾਹਰ ਉਹਨਾਂ ਦੇ ਨਾਂ ਨੂੰ ਰੈਕਗਨਾਈਜ਼ ਕਰਦੇ ਆ। ਅੰਗਰੇਜ਼ੀ ਦੇ ਵਿੱਚ ਵੀ ਹੈ, ਉਰਦੂ 'ਚ ਵੀ ਲਿਖਿਆ ਹੈ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨੇ ਲਾਹੌਰ ਮਿਊਜ਼ੀਅਮ ਅਤੇ ਨੈਸ਼ਨਲ ਸਕੂਲਸ ਆਫ ਆਰਟ ਦੇ ਬਾਹਰ ਭਾਈ ਰਾਮ ਸਿੰਘ ਦੇ ਨਾਮ ਦੀਆਂ ਤਖਤੀਆਂ ਲਗਾ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕੀਤਾ ਹੈ। ਸੋ ਵਿਊਅਰਸ ਯਾਦ ਰਹੇ ਕਿ ਭਾਈ ਰਾਮ ਸਿੰਘ ਇੱਕ ਪ੍ਰਸਿੱਧ ਆਰਕੀਟੈਕਟ ਸਨ ਜਿਨ੍ਹਾਂ ਨੇ ਲਾਹੌਰ, ਅੰਮ੍ਰਿਤਸਰ, ਗੁਜਰਾਂਵਾਲਾ ਤੋਂ ਲੈ ਕੇ ਲੰਡਨ ਤੱਕ ਬਹੁਤ ਸਾਰੀਆਂ ਜਿਹੜੀਆਂ ਮਸ਼ਹੂਰ ਇਮਾਰਤਾਂ ਦਾ ਡਿਜ਼ਾਈਨ ਤਿਆਰ ਕੀਤਾ ਸੀ। ਸੋ ਵਿਊਅਰਸ ਅਸੀਂ ਪਾਕਿਸਤਾਨ ਅਵਾਮ ਅਤੇ ਜਿਹੜੇ ਨਾਲ ਸੰਬੰਧਿਤ ਅਧਿਕਾਰੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇੱਕ ਸੋਸ਼ਲ ਮੀਡੀਆ ਪੋਸਟ ਦੇਖ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਊਥ ਅਫਰੀਕਾ ਦੀ ਇੱਕ ਯੂਨੀਵਰਸਿਟੀ ਦੇ ਬਾਹਰ ਜਿਹੜਾ ਇਹ ਲਿਖਿਆ ਹੋਇਆ ਸੀ, ਉਹ ਲੱਗਾ ਸੀ ਉਸ ਦੇ ਉੱਤੇ ਇੱਕ ਉਹਨਾਂ ਦੀ ਡੈਕਲੇਰੇਸ਼ਨ, ਡਿਸਟਰੋਇੰਗ ਐਨੀ ਨੇਸ਼ਨ does not require the use of atomic bombs or the use of long-range missiles. It only requires lowering the quality of education and allowing cheating in the examinations by the students. कि किसी नेशन ਨੂੰ ਤਬਾਹ ਕਰਨ ਦੇ ਲਈ ਕੋਈ ਐਟਮ ਬੰਬ ਜਾਂ ਕੋਈ ਹੋਰ ਮਿਸਾਈਲਾਂ ਦਾ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ। ਬਿਲਕੁਲ। ਐਜੂਕੇਸ਼ਨ, ਤਾਲੀਮ ਦਾ ਮਿਆਰ ਨੀਵਾਂ ਕਰ ਦਿਓ, ਨਕਲ ਨੁਕਲ ਦੀ ਖੁੱਲ੍ਹ ਦੇ ਦਿਓ, ਫਿਰ ਕੀ ਹੋਏਗਾ? ਪੇਸ਼ੈਂਟਸ ਡਾਈ ਐਟ ਦਾ ਹੈਂਡਸ ਆਫ ਸੱਚ ਡਾਕਟਰਸ। ਇੱਦਾਂ ਦੇ ਪੜ੍ਹੇ ਹੋਏ ਡਾਕਟਰਾਂ ਦੇ ਹੱਥਾਂ 'ਚ ਮਰੀਜ਼ ਮਰਨਗੇ। ਬਿਲਡਿੰਗਸ ਕਲੈਪਸ ਐਟ ਦਾ ਹੈਂਡਸ ਆਫ ਸੱਚ ਇੰਜੀਨੀਅਰਸ। ਉਹਨਾਂ ਇੰਜੀਨੀਅਰਾਂ ਦੇ ਜਾਂ ਬੜੀਆਂ ਬਿਲਡਿੰਗਾਂ ਡਿੱਗਣਗੀਆਂ। ਮਨੀ ਇਜ਼ ਲੋਸਟ ਐਟ ਦਾ ਹੈਂਡਸ ਆਫ ਸੱਚ ਇਕੋਨੋਮਿਸਟ ਐਂਡ ਅਕਾਊਂਟੈਂਟਸ, ਜੋ ਇੰਡੀਆ 'ਚ ਚੱਲ ਰਿਹਾ। ਹਿਊਮੈਨਿਟੀ ਡਾਈਜ਼ ਐਟ ਦਾ ਹੈਂਡਸ ਆਫ ਸੱਚ ਰਿਲੀਜੀਅਸ ਸਕਾਲਰ। ਮਜ਼ਹਬ ਦਾ ਜਿੰਨਾ ਮਰਜ਼ੀ ਰੌਲਾ ਪਾਓ ਪਰ ਇਖਲਾਕ ਖਤਮ ਹੋ ਜਾਏਗਾ, ਇਨਸਾਨੀਅਤ ਤਬਾਹ ਹੋਏਗੀ। ਜਸਟਿਸ ਇਜ਼ ਲੋਸਟ ਐਟ ਦਾ ਹੈਂਡਸ ਆਫ ਜੱਜਿਸ। ਉਹ ਦੇਖ ਲਓ ਥੱਲੜੇ ਲੈਵਲ ਤੋਂ ਸੁਪਰੀਮ ਕੋਰਟ ਤੱਕ ਇੰਡੀਆ 'ਚ ਕੀ ਹੋ ਰਿਹਾ। ਦਾ ਕਲੈਪਸ ਆਫ ਐਜੂਕੇਸ਼ਨ ਇਜ਼ ਦਾ ਕਲੈਪਸ ਆਫ ਦਾ ਨੇਸ਼ਨ। ਹੁਣ ਮੈਂ ਇਹ ਕੋਟ ਕਿਉਂ ਦਿੱਤੀ? ਮੈਂ ਦੋ ਖਬਰਾਂ ਜਿਹੜੀਆਂ ਪਿਛਲੇ ਦਿਨਾਂ 'ਚ ਦੇਖੀਆਂ ਔਰ ਮੈਨੂੰ ਇਹ ਲੱਗਾ ਵੀ ਸਿੱਖ ਨੇਸ਼ਨ, ਜਿੱਥੇ ਇੱਕ ਪਾਸੇ ਅਸੀਂ ਬਹੁਤ ਸਾਰੀਆਂ ਗੱਲਾਂ ਬਹਾਦਰੀ ਦੇ ਔਰ ਦੂਸਰੇ ਜਿਹੜਾ ਉਹ ਬੀਤੇ ਦੇ ਸੋਲੇ ਗਾਉਂਦੇ ਹਾਂ, ਹੁਣ ਅਸੀਂ ਸਟਰਗਲਿੰਗ ਹੈ, ਗੁਲਾਮੀ ਨਾਲ ਜੂਝ ਰਹੇ ਹਾਂ, ਉੱਥੇ ਅਸੀਂ ਕਿਸ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਆਰਟਿਸਟ ਪੈਦਾ ਕੀਤੇ, ਆਰਕੀਟੈਕਟ ਪੈਦਾ ਕੀਤੇ ਕਿ ਅੱਜ ਸਾਡੀ ਜਨਰੇਸ਼ਨ ਨੂੰ, ਕਿਉਂਕਿ ਜਦੋਂ ਇਹ ਆਉਂਦਾ ਵੀ ਅੱਜ ਸਾਡਾ ਪ੍ਰਾਈਡ ਕਿਉਂ ਨਹੀਂ ਹੈ, ਸਾਡੇ ਯੰਗਸਟਰਸ ਜਦੋਂ ਅਸੀਂ ਸਿੱਖ ਨੇਸ਼ਨ ਦੀਆਂ ਦੇਖਦੇ ਹਾਂ, ਇਹ ਠੀਕ ਹੈ ਜਦੋਂ ਕੋਈ ਪਾਕਿਸਤਾਨ ਜਾਂਦਾ ਹੈ, ਸ਼ਾਹੀ ਕਿਲਾ, ਸਿੱਖ ਗੈਲਰੀ, ਤੁਸੀਂ ਆਪਣਾ ਦੇਖਦੇ ਹੋ ਕਿ ਅਸੀਂ ਵੀ ਕਦੇ ਬਾਦਸ਼ਾਹ ਸੀ, ਲੇਕਿਨ ਇਸ ਕੰਟੈਕਸਟ ਦੇ ਵਿੱਚ ਸਿਰਫ ਬਾਦਸ਼ਾਹਤ ਤੱਕ ਗੱਲ ਮਹਿਦੂਦ ਨਹੀਂ ਹੁੰਦੀ। ਜਦੋਂ ਕੌਮਾਂ ਦੀ ਪ੍ਰੋਗਰੈਸ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਫਿਰ ਵੱਡੇ ਵੱਡੇ ਦਾਨਿਸ਼ਵਰ, ਉਹਨਾਂ ਦੇ ਆਰਟਿਸਟ, ਸ਼ਾਇਰ, ਉਹਨਾਂ ਦੀ ਹੋਰ ਜਿਹੜੀ ਤਹਿਜ਼ੀਬ ਨੂੰ ਅੱਗੇ ਤੋਰਨ ਦੇ ਲਈ। ਔਰ ਇੱਕ ਖਬਰ ਜਿਹੜੀ 2 ਦਿਨ ਪਹਿਲਾਂ ਦੀ ਸੀ, ਅੰਮ੍ਰਿਤਾ ਸ਼ੇਰਗਿੱਲ ਦੀ ਪੇਂਟਿੰਗ 37.8 ਕਰੋੜ ਰੁਪਏ 'ਚ ਵਿਕੀ। ਇਹ ਇੱਕ ਜਿਹੜੀ ਸੰਧਾ ਵਾਲੀ ਹੈ ਸਰਦਾਰਾਂ ਦੀ, ਉਮਰਾਓ ਸਿੰਘ, ਉਹਦੇ ਹਸਬੈਂਡ ਦਾ ਜਿਹੜਾ ਉਹਦੇ ਫਾਦਰ ਦਾ ਨਾਂ ਸੀ, ਇਹਦੀ ਮਾਂ ਹੰਗੇਰੀਅਨ ਸੀ। ਉਹਨੇ 1938 ਦੇ ਵਿੱਚ ਪੇਂਟਿੰਗ ਬਣਾਈ ਇਨ ਦਾ ਲੇਡੀਜ਼ ਐਨਕਲੋਜ਼ਰ।
ਔਰ ਉਹਦੀ ਬਣਾਈ ਹੋਈ ਜਿਹੜੀ ਪੇਂਟਿੰਗ ਹੈ, ਔਰ ਅੰਮ੍ਰਿਤਾ ਸ਼ੇਰਗਿੱਲ ਮਾਡਰਨ ਆਰਟ ਦੀ ਦੁਨੀਆ 'ਚ ਬਹੁਤ ਵੱਡਾ ਨਾਂ ਹੈ। ਹੁਣ ਤੱਕ ਜਿਹੜੀਆਂ ਦੁਨੀਆ ਦੇ ਵਿੱਚ ਕੋਈ ਬਣਾਈ ਕਿਸੇ ਦੀ ਪੇਂਟਿੰਗ ਸਭ ਤੋਂ ਮਹਿੰਗੀ ਵਿਕੀ ਹੈ, ਉਸ ਤੋਂ ਬਾਅਦ ਨੰਬਰ 2 'ਚ ਵਿਕੀ ਹੈ ਇੱਕ ਪੇਂਟਿੰਗ ਜਿਹੜੀ ਹੈ ਇਸੇ ਸਾਲ ਮਾਰਚ 'ਚ ਜਿਹੜੀ ਉਹ ਵਿਕੀ, ਉਹ 39.98 ਕਰੋੜ ਦੀ ਸੀ। ਔਰ ਇਹ ਅੰਮ੍ਰਿਤਾ ਸ਼ੇਰਗਿੱਲ ਜਿਹਦੀ ਬਹੁਤ ਛੋਟੀ ਉਮਰ ਹੋਈ, 1913 'ਚ ਉਹਦਾ ਜਨਮ ਹੋਇਆ, 1941 ਦੇ ਵਿੱਚ ਉਹਦੀ ਡੈਥ ਹੋਈ, 30 ਸਾਲ ਤੋਂ ਵੀ ਘੱਟ ਉਮਰ ਦੀ। ਔਰ ਉਹਦੀ ਇਹ ਜਿਹੜੀ ਪੇਂਟਿੰਗ ਹੈ ਜਿਹੜੀ ਲੇਡੀਜ਼ ਇਨ ਦਾ ਲੇਡੀਜ਼ ਐਨਕਲੋਜ਼ਰ, ਉਹ 37.5 ਕਰੋੜ ਰੁਪਏ ਦੇ ਵਿਕੀ ਹੈ। ਔਰ 20ਵੀਂ ਸਦੀ ਦੇ ਉਸ ਨੂੰ ਜਿਹੜੇ ਦੁਨੀਆ ਦੇ ਵੱਡੇ ਕਲਾਕਾਰ ਨੇ ਉਹਨਾਂ 'ਚ ਮੰਨਿਆ ਜਾਂਦਾ ਹੈ। ਔਰ ਨਵੀਂ ਦਿੱਲੀ ਦੀ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਦੇ ਵਿੱਚ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਨੇ। ਹੁਣ ਦੂਸਰੀ ਖਬਰ ਜਿਹਦਾ ਬਾਰੇ ਮੈਨੂੰ ਪਤਾ ਤਾਂ ਸੀ, ਲੇਕਿਨ ਮੈਂ ਸਮਝਦਾ ਵੀ ਅੱਜ ਜੇ ਸਾਡਾ ਹੈਰੀਟੇਜ ਔਰ ਸਾਡਾ ਪ੍ਰਾਈਡ ਸਾਨੂੰ ਦੱਸਣ ਦੇ ਵਿੱਚ ਕੋਈ ਰੋਲ ਪਲੇ ਕਰ ਰਿਹਾ ਹੈ ਤੇ ਉਹ ਪਾਕਿਸਤਾਨ ਦੇ ਆਵਾਮ ਚੋਂ ਉਹਨਾਂ ਦੇ ਆਫੀਸ਼ੀਅਲਸ, ਐਡਮਿਨਿਸਟ੍ਰੇਟਰਸ ਭਾਈ ਰਾਮ ਸਿੰਘ। ਹੁਣ ਜਦੋਂ ਤੁਸੀਂ ਲਾਹੌਰ ਵੱਲ ਦੇਖੋ, ਇੱਕ ਲਾਹੌਰ ਤਹਿਜ਼ੀਬੀ ਸ਼ਹਿਰ ਹੈ, ਮੁਗਲਿਆ ਪਾਰਟ ਦਾ, ਮੁਗਲਿਆ ਕਾਲ ਦਾ ਉਹਨਾਂ ਦਾ ਆਰਟ ਹੈ, ਫਿਰ ਸਿੱਖਾਂ ਨਾਲ ਸੰਬੰਧਿਤ ਕੁਛ ਹੈ। ਲੇਕਿਨ ਜਿਹੜਾ ਅੰਗਰੇਜ਼ਾਂ ਦੇ 1849 'ਚ ਪੰਜਾਬ ਆਕੂਪਾਈ ਕਰਨ ਤੋਂ ਬਾਅਦ ਆਰਕੀਟੈਕਟ ਦੇ ਹਵਾਲੇ ਦੇ ਨਾਲ ਜੋ ਕੁਛ ਲਾਹੌਰ ਦੇ ਵਿੱਚ, ਗੁਜਰਾਂਵਾੜੇ 'ਚ, ਖਾਲਸਾ ਕਾਲਜ ਅੰਮ੍ਰਿਤਸਰ, ਬਹੁਤੇ ਸਿੱਖਾਂ ਨੂੰ ਤੁਸੀਂ ਪੁੱਛ ਲਓ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੋਏਗਾ ਕਿ ਬਈ ਭਾਈ ਰਾਮ ਸਿੰਘ ਨਾਂ ਦਾ ਇੱਕ ਗਰੀਬ ਸਿੱਖ ਬੱਚਾ ਬਟਾਲੇ ਦੇ ਨੇੜੇ ਰਸੂਲਪੁਰ ਪਿੰਡ 'ਚ ਪੈਦਾ ਹੁੰਦਾ ਹੈ, ਗੁਰਬਤ 'ਚ ਹੈ। ਉਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਇੱਕ ਪਿਆਨੋ ਖਰਾਬ ਹੋ ਜਾਂਦਾ ਹੈ, ਉਹ ਕਿਸੇ ਨੂੰ ਤੋਂ ਠੀਕ ਨਹੀਂ ਹੁੰਦਾ, ਇਹਨੂੰ ਕੁਛ ਉਹ ਜਾਣਦਾ, ਜਾ ਕੇ ਉਹਨੂੰ ਠੀਕ ਕਰ ਦਿੰਦਾ ਹੈ। ਔਰ ਫਿਰ ਉਹ ਕਿਸ ਹੱਦ ਤੱਕ, ਕਿਸ ਲੈਵਲ ਦਾ ਵੱਡਾ ਆਰਕੀਟੈਕਟ ਬਣਦਾ ਹੈ। ਇੰਗਲੈਂਡ ਦੀ ਰਾਣੀ ਵਿਕਟੋਰੀਆ ਉਸ ਨੂੰ ਇਨਵਾਈਟ ਕਰਦੀ ਹੈ, ਕਿਵੇਂ ਲੰਡਨ 'ਚ ਉਹ ਕੀ ਡਿਜ਼ਾਈਨ ਕਰਦਾ ਹੈ ਔਰ ਕਿਸ ਕਿਸਮ ਦਾ ਫਿਰ ਈਵਨ ਉਹਦੀ ਪੇਂਟਿੰਗ ਜਿਹੜੀ ਵਿਕਟੋਰੀਆ ਬਣਵਾਉਂਦੀ ਹੈ ਇੱਕ ਤੋਂ, ਔਰ ਕਿਸ ਹੱਦ ਤੱਕ। ਬਹੁਤ ਵਾਰ ਸਰ ਗੰਗਾ ਰਾਮ ਦੇ ਹਵਾਲੇ ਨਾਲ ਲਾਹੌਰ 'ਚ ਗੱਲ ਹੁੰਦੀ ਹੈ ਜੀ ਇਹ, ਪਰ ਗੰਗਾ ਰਾਮ ਦੇ ਥੱਲੇ ਵੀ ਜਦੋਂ ਇੰਜੀਨੀਅਰ ਸੀ, ਜਿਹੜਾ ਮੇਨ ਆਰਕੀਟੈਕਟ ਡਿਜ਼ਾਈਨ ਕੀਤੇ ਨੇ ਸਾਰੀਆਂ ਹੀ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ, ਜਿਹੜੀਆਂ ਅੱਜ ਦੁਨੀਆ ਦੇ ਵਿੱਚ ਇੱਕ ਕਲਾਸਿਕ ਮੰਨੀਆਂ ਜਾਂਦੀਆਂ ਇਸ, ਉਹ ਭਾਈ ਰਾਮ ਸਿੰਘ ਨੇ ਕੀਤੀਆਂ। ਔਰ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਜਿਹਨੂੰ ਕਦੇ ਜਿਹੜਾ ਮੇਓ ਸਕੂਲ ਆਫ ਆਰਟਸ ਕਹਿੰਦੇ ਸੀ, ਹੁਣ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਕਹਿੰਦੇ ਨੇ, ਉਹ ਵੀ ਉਹਦੇ 'ਚ ਹੀ ਉਹ ਪਹਿਲਾਂ ਗਏ ਔਰ ਉਹਨੂੰ ਉਹਨਾਂ ਨੇ ਉਹਦੇ ਡਿਜ਼ਾਈਨ 'ਚ ਔਰ ਦੂਸਰੇ 'ਚ ਵੀ ਕੀਤਾ। ਔਰ ਉਹਨਾਂ ਨੂੰ ਮਿਸਟਰ ਕਿਪਲਿੰਗ ਜਿਹੜਾ ਅੰਗਰੇਜ਼ੀ ਦਾ ਰਾਈਟਰ ਵੀ, ਉਹਦਾ ਪਿਓ ਨੇ ਪੈਟਰਨ, ਉਹ ਪ੍ਰਿੰਸੀਪਲ ਸੀ, ਪੈਟਰਨੇਜ ਦਿੱਤੀ। ਔਰ ਮੈਨੂੰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ, ਪਾਕਿਸਤਾਨ ਨੇ ਕੀ ਕੀਤਾ ਕਿ ਉਹਨਾਂ ਨੇ ਭਾਈ ਰਾਮ ਸਿੰਘ ਦੇ ਨਾਮ ਵਾਲੀ ਤਖਤੀ ਜਿਹੜੀ ਹੈ ਉਹ ਲਾਹੌਰ ਅਜਾਇਬ ਘਰ ਦੇ ਬਾਹਰ, ਕਿਉਂਕਿ ਉਹ ਵੀ, ਔਰ ਜਿਹੜਾ ਕਾਲਜ ਹੈ, ਜਿਹੜਾ ਮੇਓ ਕਾਲਜ ਸੀ ਔਰ ਹੁਣ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਹੈ, ਉਹਦੇ ਬਾਹਰ ਉਹਨਾਂ ਦੇ ਨਾਂ ਨੂੰ ਰੈਕਗਨਾਈਜ਼ ਕਰਦੇ ਆ। ਅੰਗਰੇਜ਼ੀ ਦੇ ਵਿੱਚ ਵੀ ਹੈ, ਉਰਦੂ 'ਚ ਵੀ ਲਿਖਿਆ ਹੈ। ਔਰ ਇਹ ਖਬਰ ਵੀ ਹੈ ਕਿ ਪਾਕਿਸਤਾਨ 'ਚ ਉਹਨਾਂ ਦੇ ਨਾਮ ਵਾਲਾ ਜਿਹੜਾ ਸੂਚਨਾ ਬੋਰਡ ਲਾਹੌਰ ਅਜਾਇਬ ਘਰ ਦੇ ਬਾਹਰ ਲਾਏ। ਔਰ ਇਹ ਜਿਹੜੇ ਉਹਨਾਂ ਨੇ ਇਮਾਰਤਾਂ ਦੇ ਡਿਜ਼ਾਈਨ ਕੀਤੇ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਬਿਲਡਿੰਗਸ ਦਿਖਾਉਂਦੇ ਜਾਣ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ 1902 ਦੇ ਵਿੱਚ, ਅੱਜ ਵੀ ਰਿਮਾਰਕੇਬਲ ਉਹਦਾ ਡਿਜ਼ਾਈਨ। ਔਰ ਇਸ ਦੇ ਨਾਲ ਨਾਲ ਔਸਬੋਰਨ ਹਾਊਸ ਦਰਬਾਰ ਜਿਹੜਾ ਇੰਗਲੈਂਡ ਦੇ ਵਿੱਚ ਲੰਡਨ 'ਚ, ਲਾਹੌਰ ਮਿਊਜ਼ੀਅਮ, ਗਵਰਨਰ ਹਾਊਸ ਸ਼ਿਮਲਾ, ਮੇਓ ਸਕੂਲ ਆਫ ਆਰਟਸ ਜਿਹੜਾ ਹੁਣ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਹੈ, ਐਚਿਸਨ ਕਾਲਜ ਲਾਹੌਰ, ਪੰਜਾਬ ਯੂਨੀਵਰਸਿਟੀ ਓਲਡ ਕੈਂਪਸ ਲਾਹੌਰ, ਸੈਨੇਟ ਹਾਊਸ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ, ਲਾਹੌਰ ਬੋਰਡਿੰਗ ਹਾਊਸ ਜਿਹੜਾ ਇਕਬਾਲ ਹਾਊਸ ਹੈ, ਗਵਰਨਮੈਂਟ ਕਾਲਜ, ਚੰਬਾ ਹਾਊਸ ਲਾਹੌਰ, ਮਲਕ ਉਮਰ ਹਯਾਤ ਦੀ ਰਿਹਾਇਸ਼ ਕਾਲਰਾ ਐਸਟੇਟ, ਸਾਰਾਗੜੀ ਮੈਮੋਰੀਅਲ ਗੁਰਦੁਆਰਾ ਸਾਰਾਗੜੀ ਅੰਮ੍ਰਿਤਸਰ 'ਚ ਹੈ ਦਰਬਾਰ ਸਾਹਿਬ ਦੇ ਨੇੜੇ, ਖੇਤੀਬਾੜੀ ਕਾਲਜ ਲਾਇਲਪੁਰ ਹੁਣ ਫੈਸਲਾਬਾਦ, ਔਰ ਮਾਰਬਲ ਡਿਜ਼ਾਈਨਿੰਗ ਦਰਬਾਰ ਸਾਹਿਬ ਦੀ, ਵੁੱਡ ਕਰੇਵਿੰਗ, ਤੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਈਨਿੰਗ ਦੇ ਨਕਸ਼ੇ ਤੇ ਉਹਦੇ ਨਾਲ ਨਾਲ ਇੰਟੀਰੀਅਰ ਡਿਜ਼ਾਈਨਿੰਗ, ਨਕਸ਼ੇ ਵੀ ਔਰ ਡਿਜ਼ਾਈਨਿੰਗ ਵੀ। ਔਰ ਮੈਂ ਸਮਝਦਾ ਵੀ ਇਹ ਇੰਨੀ ਵੱਡੀ ਸ਼ਖਸੀਅਤ ਹੈ ਭਾਈ ਰਾਮ ਸਿੰਘ
ਬਿਲਕੁਲ ਮੈਨੂੰ ਨਹੀਂ ਲੱਗਦਾ ਵੀ ਸੈਂਟਰਲ ਸਿੱਖ ਮਿਊਜ਼ੀਅਮ ਜਿਹਦੇ ਵਿੱਚ ਹਰ ਜਣੇ ਖਣੇ ਦੀ ਫੋਟੋ ਹੁਣ ਹਰ ਕੋਈ ਲਵਾ ਕੇ ਰਾਜੀ ਹੈ, ਉਸ ਦੇ ਵਿੱਚ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹੋਏ। ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਇਸ ਗੱਲ ਦੇ ਉੱਤੇ ਜਿਹੜਾ ਇੱਕ ਨਾ ਇੱਕ ਕੋਈ ਇਸ ਕਿਸਮ ਦੀ ਮੁਹਿੰਮ ਸ਼ੁਰੂ ਕਰਨ ਦੀ ਕਿ ਭਾਈ ਇਹਨਾਂ ਦੀ ਰੈਕਗਨੀਸ਼ਨ ਵੀ ਹੋਏ ਔਰ ਸੈਂਟਰਲ ਖਾਲਸਾ ਮਿਊਜ਼ੀਅਮ ਦੇ ਵਿੱਚ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਏ।